ਵਾਹਿਗੁਰੂ ਸਾਹਿਬ ਜੀਓ। ਮਾਝ ਮਹਲਾ ਤੀਜਾ। ਸੱਚਾ ਸੇਵੀ ਸੱਚ ਸਾਲਾਹੀ, ਸੱਚੈ ਨਾਹੀ ਦੁਖ ਕਬਹੀ ਨਾਹੀ। ਸੱਚਾ ਸੇਵੀ ਸੱਚ ਸਾਲਾਹੀ, ਸੱਚੈ ਨਾਏ ਦੁਖ ਕਬਹੀ ਨਾਹੀ। ਸੁਖ ਦਾਤਾ ਸੇਵਨ ਸੁਖ ਪਾਇਨ, ਗੁਰਮਤਿ ਮਨ ਵਸਾਵਣਿਆ। ਹਉ ਵਾਰੀ ਜਿਉ ਵਾਰੀ, ਸੁਖ ਸਹਿਜ ਸਮਾਧ ਲਗਾਵਣਿਆ। ਜੋ ਹਰ ਸੇਵਹਿ ਸੇ ਸਦਾ ਸੋਹੈ, ਸੋਭਾ ਸੁਰਤ ਸੁਹਾਵਣਿਆ ਰਹਾਉ। ਸਭ ਕੋ ਤੇਰਾ ਭਗਤ ਕਹਾਏ, ਸੇ ਭਗਤ ਤੇਰੇ ਮਨ ਭਾਏ। ਸਚ ਬਾਣੀ ਤੁਧੈ ਸਲਾਹਣ, ਰੰਗ ਰਾਤੇ ਭਗਤ ਕਰਾਵਣਿਆ। ਸਭ ਕੋ ਸੱਚੇ ਹਰਿ ਜੀਉ ਤੇਰਾ, ਗੁਰਮੁਖ ਮਿਲੈ ਤਾਂ ਚੂਕੈ ਫੇਰਾ। ਜਾਂ ਤੁਧ ਭਾਵੈ ਤਾਂ ਨਾਹਿ ਰਚਾਵਹਿ, ਤੂੰ ਆਪੇ ਨਾਉ ਜਪਾਵਣਿਆ। ਗੁਰਮਤੀ ਹਰ ਮਨ ਵਸਾਇਆ, ਹਰਖ ਸੋਗ ਸਭ ਮੋਹ ਗਵਾਇਆ। ਇਕਸ ਸਿਉ ਲਿਵ ਲਾਗੀ ਸਦਹੀ, ਹਰ ਨਾਮ ਮਨ ਵਸਾਵਣਿਆ। ਭਗਤ ਰੰਗ ਰਾਤੇ ਸਦਾ ਤੇਰੇ ਚਾਏ, ਨੌ ਨਿਧ ਨਾਮ ਵਸਿਆ ਮਨ ਆਏ। ਪੂਰੇ ਭਾਗ ਸਤਿਗੁਰ ਪਾਇਆ, ਸ਼ਬਦੇ ਮੇਲ ਮਿਲਾਵਣਿਆ। ਤੂੰ ਦਇਆਲ ਸਦਾ ਸੁਖ ਦਾਤਾ, ਤੂੰ ਆਪੇ ਮਿਲਹਿ ਗੁਰਮੁਖ ਜਾਤਾ। ਤੂੰ ਆਪੇ ਦੇਵਹਿ ਨਾਮ ਵਡਾਈ, ਨਾਮ ਰਤੇ ਸੁਖ ਪਾਵਣਿਆ। ਸਦਾ ਸਦਾ ਸਾਚੇ ਤੁਧ ਸਾਲਾਹੀ, ਗੁਰਮੁਖ ਜਾਤਾ ਦੂਜਾ ਕੋ ਨਾਹੀ। ਏਕਸ ਸਿਉ ਮਨ ਰਿਹਾ ਸਮਾਏ, ਮਨ ਮੰਨਿਐ ਮਨਹਿ ਮਿਲਾਵਣਿਆ। ਗੁਰਮੁਖ ਹੋਵੈ ਸੋ ਸਾਲਾਹੇ, ਸਾਚੇ ਠਾਕੁਰ ਵੇ ਪਰਵਾਹੇ। ਨਾਨਕ ਨਾਮ ਵਸੈ ਮਨ ਅੰਤਰ, ਗੁਰ ਸ਼ਬਦੀ ਹਰ ਮੇਲਾਵਣਿਆ। ਗੁਰਮੁਖ ਹੋਵੈ ਸੋ ਸਾਲਾਹੇ, ਸਾਚੇ ਠਾਕੁਰ ਵੇ ਪਰਵਾਹੇ। ਨਾਨਕ ਨਾਮ ਵਸੈ ਮਨ ਅੰਤਰ, ਗੁਰ ਸ਼ਬਦੀ ਹਰ ਮੇਲਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਹਜ਼ੀਮ ਅਪਾਰ ਬਖਸ਼ਿਸ਼ ਸੰਧਿਆ ਸਮੇਂ ਅਸੀਂ ਇਸ ਸਤਸੰਗ ਦੇ ਸਮੇਂ ਨੂੰ ਮਾਣ ਰਹੇ ਹਾਂ। ਭਾਵੇਂ ਸਰੀਰਕ ਤੌਰ 'ਤੇ ਹਾਜ਼ਰੀਨ ਹੋਏ ਹਾਂ ਜਾਂ ਮੀਡੀਆ ਆਊਟਲੈਟਸ ਰਾਹੀਂ, TV ਰਾਹੀਂ, ਘਰਾਂ ਥਾਵਾਂ 'ਤੇ ਦੂਰ ਦਰਾਜ਼ ਜਗ੍ਹਾ ਤੋਂ ਵੀ ਗੁਰੂ ਸ਼ਬਦ ਦੀ ਆਭਾ ਨਾਲ ਆਪਣੇ ਆਪ ਨੂੰ ਸਰਸ਼ਾਰ ਕਰ ਰਹੇ ਹਾਂ। ਵਡਭਾਗਤਾ ਹੈ। ਇਹ ਸਮਾਂ ਗੁਰਬਾਣੀ ਵਿਆਖਿਆ ਦਾ ਹੈ। ਇਸ ਵਿੱਚ ਮਾਝ ਰਾਗ ਦੇ ਅਸ਼ਟਪਦੇ ਚੱਲ ਰਹੇ ਨੇ। ਕਰੀਬਨ ਇੱਕੋ ਜਿਹਾ ਜਿਹੜਾ ਪੈਟਰਨ ਹੈ ਇਹਨਾਂ ਸ਼ਬਦਾਂ ਦੇ ਵਿੱਚ, ਜਿਹੜਾ ਲਿਖਾਵਟ ਦਾ ਤਰੀਕਾ ਆ,
ਜਿਹਨੂੰ ਕਹਿ ਜਾਓ ਕਿ ਰਾਈਟਿੰਗ ਸਟਾਈਲ ਆ। 3-3 ਸਤਰਾਂ ਦੇ ਪਦੇ ਨੇ, 2 ਸਤਰਾਂ ਛੋਟੀਆਂ ਨੇ, ਤੀਸਰੀ ਸਤਰ ਲੰਮੀ ਹੈ ਤੇ ਅਖੀਰ ਇੱਕ ਖਾਸ ਮਿਲਵੇਂ ਤੁਕਾਨ ਦੇ ਨਾਲ ਉਹ ਸਮਾਪਤ ਹੋ ਰਹੇ ਨੇ। ਰਹਾਓ ਦੇ ਪਦੇ ਤੋਂ ਇਸ ਸ਼ਬਦ ਦਾ ਵੀ ਅਸੀਂ ਆਗਾਜ਼ ਕਰ ਰਹੇ ਹਾਂ। ਗੁਰੂ ਅਮਰਦਾਸ ਸਾਹਿਬ ਇਹਨਾਂ ਬਚਨਾਂ ਨੂੰ ਉਚਾਰਨ ਕਰਦੇ ਨੇ। ਬਚਨ ਹੈ ਹਉ ਵਾਰੀ ਜਿਉ ਵਾਰੀ ਸੁਖ ਸਹਿਜ ਸਮਾਧ ਲਗਾਵਣਿਆ ਜੋ ਹਰ ਸੇਵ ਹੈ ਸੇ ਸਦਾ ਸੋ ਹੈ ਸੋਭਾ ਸੁਰਤ ਸੁਹਾਵਣਿਆ। ਰਹਾਓ ਹਉ ਵਾਰੀ ਜਿਉ ਵਾਰੀ, ਮੈਂ ਆਪਣਾ ਆਪਾ ਕੁਰਬਾਨ ਕਰਦਾ, ਮੈਂ ਆਪਣੀ ਜਾਨ ਵਾਰਦਾ ਉਹਨਾਂ ਰੂਹਾਂ ਮਨੁੱਖਾਂ ਇਨਸਾਨਾਂ 'ਤੇ ਜਿਨ੍ਹਾਂ ਨੇ ਜੀਵਨ ਦੇ ਵਿੱਚ ਚੀਜ਼ਾਂ ਨੂੰ ਅਡਾਪਟ ਕੀਤਾ ਆ, ਜਿਨ੍ਹਾਂ ਦੀ ਕੁਆਲੀਫਿਕੇਸ਼ਨ ਹੈ, ਜਿਨ੍ਹਾਂ ਨੇ ਕੁਆਲਿਟੀਫੁਲ ਜਿਹੜੀ ਹੈ ਲਾਈਫ ਇਸ ਤਰੀਕੇ ਦੀ ਬਣਾ ਲਈ ਹੈ, ਉਹਦੀ ਬਾਤ ਹੋ ਰਹੀ ਹੈ। ਉਹਨਾਂ 'ਚ ਵੱਖਰੇ ਵੱਖਰੇ ਗੁਣਾਂ ਦੀ ਗੱਲ ਹੋ ਰਹੀ ਸੀ। ਅੱਜ ਜਿਹੜੇ ਗੁਣ ਦੀ ਗੱਲ ਕੀਤੀ ਹੈ, ਸੁਖ ਸਹਿਜ ਸਮਾਧ ਲਗਾਵਣਿਆ। ਸੁਖ ਸਹਿਜ ਸਮਾਧ, ਇੱਕ ਇੱਕ ਲਫ਼ਜ਼ ਬੜਾ ਭਾਵਪੂਰਤ ਆ, ਉਹਦੀ ਸਿਗਨੀਫਿਕੇਸ਼ਨ ਬੜੀ ਵੱਡੇ ਉਸ ਲੈਵਲ 'ਤੇ ਹੈ। ਜੇ ਆਪਾਂ ਇਹਦੀ ਬਾਤ ਕਰੀਏ, ਸੁਖ ਸਹਿਜ ਸਮਾਧ, ਸਮਾਧ ਦੇ ਧੱਦੇ ਨੂੰ ਸਿਹਾਰੀ ਪਈ ਅਰਥ ਕਰਦੇ ਬਣੇਗੀ ਬਿਹਾਰੀ ਸਮਾਧੀ। ਹੁਣ ਅਸੀਂ ਸਾਰੇ ਪੰਜਾਬ ਦੀ ਫਿਜ਼ਾ ਵਿੱਚੋਂ ਆਏ ਹਾਂ ਅਤੇ ਸਾਨੂੰ ਸਾਰਿਆਂ ਨੂੰ ਮੋਸਟਲੀ ਪਤਾ ਆ ਸਮਾਧੀ ਕੀ ਹੁੰਦੀ ਹੈ। ਮਤਲਬ ਇਹਦੇ 'ਚ ਕੋਈ ਬਹੁਤ ਜ਼ਿਆਦਾ ਮੇਰੇ ਖਿਆਲ 'ਚ ਐਕਸਪਲੇਨ ਕਰਨ ਦੀ ਗੱਲ ਨਹੀਂ ਹੈ। ਜਿਵੇਂ ਗੁਰਮੁਖੀ ਚੌਂਕੜੇ 'ਚ ਤੁਸੀਂ ਬੈਠੇ ਹੋ, ਇਹਦੇ ਵਿੱਚ ਬੰਦਾ ਆਪਣੇ ਨੇਤਰਾਂ ਨੂੰ ਮੂੰਦ ਕੇ ਬਿਲਕੁਲ ਹੱਥ ਜੋੜ ਕੇ ਇਸ ਤਰੀਕੇ ਦੇ ਨਾਲ ਆਪਣੀ ਜਿਹੜੀ ਹੈਗੀ ਏ ਰੀੜ੍ਹ ਦੀ ਹੱਡੀ ਕਨਕੋਲ ਸਿੱਧੀ ਕਰਕੇ 90 ਡਿਗਰੀ ਦੇ ਉੱਤੇ ਅਤੇ ਬਿਲਕੁਲ ਇਸ ਤਰੀਕੇ ਨਾਲ ਆਪਣੇ ਸਰੀਰ ਨੂੰ ਇੱਕ ਟਿਕ ਅਤੇ ਅੰਦਰੋਂ ਜਿਹੜੇ ਉਹਦੇ ਥਾਟਸ ਖਿਆਲ ਉਹਨਾਂ ਸਾਰਿਆਂ ਨੂੰ ਇੱਕ ਜਗ੍ਹਾ 'ਤੇ ਅਲਾਈਨ ਕਰੇ ਅਤੇ ਇਹ ਸਾਰੇ ਗੈਸਚਰ ਨੂੰ ਅਡਾਪਟ ਕਰਕੇ ਬਹੁਤ ਡੀਪ ਲੈਵਲ 'ਤੇ ਬੈਠ ਜਾਏ, ਇਹ ਸਮਾਧੀ ਹੈ। ਦੈਟ ਇਜ਼ ਸਮਾਧੀ ਇਨ ਆਵਰ ਮਾਈਂਡ। ਅਤੇ ਭਾਰਤੀ ਖਿੱਤੇ 'ਚ ਹਜ਼ਾਰਾਂ ਸਾਲਾਂ ਤੋਂ ਇਸ ਸਮਾਧੀ ਦੀ ਗੱਲ ਰਹੀ ਹੈ। ਹੁਣ ਜਿਹੜੀ ਇਹ ਸਮਾਧੀ ਹੈ, ਆਪ ਦੇਖੋਗੇ ਕੋਈ ਬੰਦਾ ਵੀ ਇਸ ਤਰੀਕੇ ਦਾ ਗੈਸਚਰ ਬਣਾਏ, ਇਸ ਤਰੀਕੇ ਨਾਲ ਜਿੰਨਾ ਮਰਜ਼ੀ ਸਰੀਰ ਫਲੈਕਸੀਬਲ ਹੋਏ, ਰੂਟੀਨ ਦੇ ਵਿੱਚ ਇਹਦੀ ਐਕਸਰਸਾਈਜ਼ ਵੀ ਕਰਦਾ ਹੋਏ, ਪਰ ਇੱਕ ਲੈਵਲ ਆਏਗਾ ਜਦੋਂ ਸਰੀਰ ਜਿਹੜਾ ਆ ਉਹਦੀ ਕਪੈਸਿਟੀ ਹੈ ਉਹ ਇਰੀਟੇਟ ਹੋਏਗਾ। ਤੁਹਾਡੀਆਂ ਜਿਹੜਾ ਹੈਗਾ ਲੱਤਾਂ, ਤੁਹਾਡਾ ਸਰੀਰ ਤੁਹਾਨੂੰ ਦੱਸਣਾ ਸ਼ੁਰੂ ਕਰੇਗਾ ਕਿ ਨੋ ਦੈਟਸ ਪੇਨਫੁਲ, ਆਈ ਕੈਨ ਨੋਟ ਹੋਲਡ ਮਾਈ ਸੈਲਫ ਫਾਰ ਏ ਲੌਂਗ ਟਾਈਮ, ਪਲੀਜ਼ ਰਿਲੀਜ਼ ਇਟ। ਰਿਲੀਜ਼ ਕਰ ਦੇ ਇਹਨੂੰ ਇਸ ਤਰੀਕੇ ਦੇ ਨਾਲ। ਇਹ ਵਾਰ-ਵਾਰ ਆਉਣਾ ਸ਼ੁਰੂ ਹੋ ਜਾਏਗਾ। ਫਿਰ ਜਿਹੜੀ ਸਮਾਧ ਆ ਇਹ ਸੁਖਦਾਈ ਨਹੀਂ ਹੋਏਗੀ ਬਲਕਿ ਦੁਖਦਾਈ, ਪੇਨਫੁਲ ਹੋ ਜਾਏਗੀ। ਹੁਣ ਇਹ ਚੀਜ਼ ਨੂੰ ਮੈਂ ਫਿਜ਼ੀਕਲ ਸਾਈਡ ਤੋਂ ਬਿਆਨ ਕਰ ਰਿਹਾ ਸਾਰੀ ਨੂੰ। ਬਾਕੀ ਇਹ ਵੀ ਗੱਲ ਰਹੀ ਜਿਨ੍ਹਾਂ ਲੋਕਾਂ ਨੇ ਕਿਹਾ ਵੀ ਹੂ ਕੇਅਰ, ਈਵਨ ਪੇਨ ਇਜ਼ ਹੈਪਨਿੰਗ, ਮਾਈ ਬੋਡੀ ਇਜ਼ ਟੈਲਿੰਗ ਮੀ ਆਈ ਕੈਨ ਨੋਟ actually hold myself in this position for a long time, but I'm totally dedicated to this kind of activities, so I will keep on actually doing it, keep on continue it. ਇਹਦੇ ਵਿੱਚੋਂ ਹਠ ਯੋਗ ਪੈਦਾ ਹੋਇਆ। ਹਠੀ ਪੱਥਰ ਤੇ ਸ਼ਿਲਾ ਤੇ ਬੈਠ ਕੇ, ਅਸੀਂ ਤੇ ਫਿਰ ਵੀ ਚਲੋ ਕਾਰਪੇਟ ਆ, ਥੋੜ੍ਹਾ ਕੁਸ਼ਨ ਆ ਬੈਠਣ ਵਾਸਤੇ, ਇਸ ਤਰੀਕੇ ਦੇ ਨਾਲ ਗੋਡੇ ਗਿੱਟੇ ਸਾਡਾ ਜਿਹੜਾ ਹੈਗਾ ਉਹ ਇੰਨੇ ਤਕਲੀਫ ਜੁਦਾ ਨਹੀਂ ਹੁੰਦੇ। ਪੱਥਰ ਦੀ ਸ਼ਿਲਾ 'ਤੇ ਬੈਠ ਜਾਣਾ, ਬਿਲਕੁਲ ਉਹਦੇ ਉੱਤੇ ਬੈਠ ਕੇ ਇਸ ਤਰੀਕੇ ਦੇ ਨਾਲ ਹਠ ਯੋਗ, ਹਠੀ ਹੋ ਜਾਣਾ, ਲੱਤਾਂ ਸੌਂ ਜਾਣੀਆਂ, ਸਰੀਰ ਸੌਂ ਜਾਣਾ, ਬਿਲਕੁਲ ਐਵੇਂ ਬੈਠੇ ਰਹਿਣਾ ਇਸ ਤਰੀਕੇ ਦੇ ਨਾਲ ਲਗਾਤਾਰਤਾ ਦੇ ਨਾਲ। ਇਹਦੇ ਵਿੱਚੋਂ ਸੋਚਣਾ ਅਸੀਂ ਇੱਕ ਨੈਕਸਟ ਲੈਵਲ 'ਤੇ ਚਲੇ ਜਾਵਾਂਗੇ। ਜੋਗੀ, ਬੈਰਾਗੀ, ਸਾਧੂ, ਇਹੋ ਜਿਹੇ ਲੋਕ ਭਾਰਤੀ ਖਿੱਤੇ ਤੁਹਾਨੂੰ ਮਿਲ ਜਾਣਗੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ। ਜਦੋਂ ਗੁਰੂ ਸਾਹਿਬ ਸੱਚ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਨੇ, ਗੁਰੂ ਬਾਬਾ ਜੀ ਨੂੰ ਮਿਲਦੇ ਨੇ, ਬੜੇ ਮਿਲਦੇ ਨੇ ਐਵੇਂ ਦੇ। ਗੁਰੂ ਨਾਨਕ ਸਾਹਿਬ ਨੇ, ਜਿਵੇਂ ਅੱਜ ਕੱਲ੍ਹ ਯੋਗ ਦੀ ਜਾਂ ਯੋਗਾ ਦੀ ਬੜੀ ਗੱਲ ਹੁੰਦੀ ਹੈ,
ਸਾਡੇ ਇੱਕ ਮਿੱਤਰ ਹੈਗੇ ਨੇ, ਕਾਫੀ ਸਾਲ ਪਹਿਲਾਂ ਦੀ ਗੱਲ ਹੈ, ਉਹ ਯੂਰਪ ਸੀਗੇ ਅਤੇ ਯੂਰਪ ਦੇ ਵਿੱਚ ਉਹਨਾਂ ਨੂੰ ਕਿਤੇ ਥੋੜ੍ਹੇ ਦਿਨ ਠਹਿਰਨਾ ਪੈ ਗਿਆ। IT ਸੈਕਟਰ 'ਚ ਕੰਮ ਕਰਦੇ ਸੀ, ਐਮਸਟਮ ਸੀਗੇ। ਅਤੇ ਐਮਸਟਮ ਉਹਨਾਂ ਦੇਖਿਆ ਸਿਰ 'ਤੇ ਦਸਤਾਰ ਬੰਨੀ ਹੈ, 4 ਮਿੱਤਰ ਇਕੱਠੇ ਹੋ ਗਏ ਇੱਕ ਜਗ੍ਹਾ 'ਤੇ ਹੋਟਲ ਵਿੱਚ, ਅਤੇ ਕਹਿੰਦੇ ਸਾਡੇ ਬਾਰੇ ਉਸ ਵਿੱਚ ਇੱਕ ਦੋ ਵਾਰ ਐਸਾ ਹੋਇਆ ਕਿ ਕਿਸੇ ਨੇ ਆ ਕੇ ਸਲਾਮ ਵਾਲੇਕਮ ਕਹਿ ਤਾ। ਉਹ ਕਹਿੰਦੇ ਆ ਇਹਨੂੰ ਪਤਾ ਹੀ ਨਹੀਂ ਵੀ ਅਸੀਂ ਕੋਈ ਡਿਫਰੈਂਟ ਆ, ਕੁਛ ਮਿਸ ਆਈਡੈਂਟੀਟੀ ਹੋ ਰਹੀ ਹੈ ਇਸ ਕਿਸਮ ਦੇ ਨਾਲ। ਖੈਰ ਉਹ ਕਹਿੰਦੇ ਚਲੋ ਆਪਾਂ ਨਾ ਇੱਕ ਕੰਮ ਕਰਦੇ ਹਾਂ, ਪਤਾ ਕਰਦੇ ਹਾਂ। ਉਹਨਾਂ ਨੇ ਇੱਕ ਤਖਤੀ ਦੇ ਉੱਤੇ ਲਿਖਿਆ SIKH ਸਿੱਖ। ਬਾਜ਼ਾਰ 'ਚ ਨਿਕਲ ਗਏ, ਜਿਹੜੇ ਰਾਹ ਚੱਲਦੇ ਰਾਹਗੀਰ ਸੀ, ਪੁੱਛਿਆ ਡੂ ਯੂ ਨੋ ਵਟ ਡਜ਼ ਇਟ ਮੀਨ। ਮਤਲਬ 50 ਬੰਦਿਆਂ ਤੋਂ ਪੁੱਛਣ ਤੋਂ ਬਾਅਦ ਕਿਸੇ ਇੱਕ ਬੰਦੇ ਨੇ ਦੱਸਿਆ ਜਾਂ ਦਿਸ ਇਜ਼ ਏ ਕਮਿਊਨਿਟੀ ਰਿਲੀਜੀਅਸ ਸੈਕਟ, ਇਸ ਕਿਸਮ ਦੇ ਨਾਲ। ਨਹੀਂ ਤਾਂ ਮੋਸਟਲੀ ਲੋਕਾਂ ਨੇ ਕੋਈ ਪਤਾ ਨਹੀਂ। ਉਹ ਕਹਿੰਦੇ ਕਮਾਲ ਹੋ ਗਈ, ਕੋਈ ਵੀ ਨਹੀਂ ਜਾਣਦਾ। ਉਹ ਮਿੱਤਰ ਇੱਕ ਸੀ ਉਹਨਾਂ 'ਚੋਂ, ਕਹਿੰਦਾ ਛੱਡ ਇਹਨੂੰ। ਉਹਨੇ ਤਖਤੀ ਸਾਫ਼ ਕੀਤੀ, ਉੱਤੇ ਲਿਖਤਾ YOGA ਯੋਗਾ। ਲੈਟਸ ਆਸਕ। आप हैरान होवोगे, शायद ही कोई बंदा ऐसा हो जिन्हें ना क्या पे आई डोंट नो। हर एक बंदा एक्सप्लेनेशन दे रहा उन्होंने। वो कहते देखो कमाल है। इनू दो चीज़ों नाल लै लईए, एक होंदी पब्लिसिटी, दूसरा होंदा डैमोस्ट्रेशन। लोग कहते झूठ का प्रचार बड़ा हो रहा है जी। हाँ, क्योंकि प्रचार किया जा रहा है। सच का प्रचार क्यों नहीं करते? गुरु बाबा जी ने खुद किया। गुरु नानक साहब आप अराउंड 60,000 किलोमीटर का सफ़र पैदल तय किया। मतलब आप देखो ना, इस तरीके नाल हर गुरु साहब ने जर्नीज कीतियां, हर गुरु साहब ने वक्री वक्री जगह ते लोग भेजे, विद्वान भेजे, सज्जन भेजे, बुलाए, सारा कुछ तो किया, तां जाके सिक्खी दा वो लैवल आया। असी जे परशियन राइटर्स नूं पढ़ते हैं, फारसी लिखावटां दे विच, ते उन्हां च जिक्र आउंदा है मोहसिन फानी दा। ये गुरु अर्जन साहब ते गुरु हरगोबिंद साहब जी का समकाली सीगा, एक्चुअली सेम टाइम दे होए है। इन्हें किताब च लिखा दबिस्ताए मज़ाहब। पहली बार प्रिंसीपल गंडा सिंह ने इन्हूं लभ्या तो फिर उस बहुत सारिया चीज़ां कोड कीतियां। जिहड़ी सिख हिस्टरी का एक वड्डा हिस्सा है ना, नाउ डेज वी हैव एक्चुअली टोटली different kind of conversation between the Sikh community. Due to internet, there are few sects which are coming like or actually which just have been like a very intellectual and intelligent kind of sect, and they're saying ਉਹ ਸਾਨੂੰ ਪਤਾ ਹੈ ਹਿਸਟਰੀ ਬਾਰੇ, ਦੂਸਰੀਆਂ ਚੀਜ਼ਾਂ ਬਾਰੇ ਬਹੁਤ ਕੁਛ ਆਲੇ ਦੁਆਲੇ ਤੁਸੀਂ ਸੁਣਦੇ ਪੜ੍ਹਦੇ ਹੋਗੇ ਇਸ ਕਿਸਮ ਦੇ ਨਾਲ। ਐਕਚੁਅਲੀ ਇਹ ਉਮਰਾਂ ਦੇ ਕੰਮ ਹੁੰਦੇ ਨੇ, ਕੋਈ ਇੱਕ ਦਿਨ 'ਚ ਨਹੀਂ। ਕਹਿਣ ਨੂੰ ਤਾਂ ਕੋਈ ਬੰਦਾ ਵੀ ਕਹਿ ਸਕਦਾ ਕਿਸੇ ਤਰੀਕੇ ਦੇ ਨਾਲ ਵੀ। ਉਹਦੇ ਰਿਸੋਰਸ ਚੈੱਕ ਕਰਨੇ, ਉਹਦੇ ਪਿੱਛੇ ਜਾਣਾ, ਸਾਰਾ ਬੜੇ ਲੈਵਲ 'ਤੇ ਉਸ ਤਰੀਕੇ ਦੇ ਨਾਲ। ਅਤੇ ਤੁਹਾਡੇ ਜਿਹੜੇ ਬਜ਼ੁਰਗਾਂ ਨੇ ਕੰਮ ਕੀਤੇ ਨੇ, ਜਾਂ ਬਜ਼ੁਰਗਾਂ ਨੇ ਜੋ ਲਿਖਾਵਟਾਂ ਲਿਖੀਆਂ ਕੁਛ ਤਰੀਕੇ ਦੇ ਨਾਲ, ਆਖਰਕਾਰ ਉਹਨਾਂ ਸਾਰਿਆਂ ਨੂੰ देखो तो सही किहड़ियां मशक्कतां जो कढ़ के लाए ने चीज़ां। खैर जिहड़ी बिनती करन लगा सीगा उहदे चों जिक्र करदा दबिस्ताए मज़ाहब दे विच मोहसिन फानी। वो कहिंदा कि जिस वक्त गुरु अर्जन साहब गद्दी ते ने, टोटल पंजाब की जिहड़ी पापूलेशन आ, सॉरी पूरे भारती खिते की, साउथ एशियन खिते की कह लो, ये अराउंड 6 करोड़ है। ਇਹਦੇ ਵਿੱਚੋਂ ਅਰਾਊਂਡ 2 ਕਰੋੜ ਦੇ ਕਰੀਬ ਲੋਕ ਜਿਹੜੇ ਨੇ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਗੁਰੂ ਨਾਨਕ ਦੇ ਘਰ ਦਾ, ਗੁਰੂ ਮਹਾਰਾਜ ਜੀ ਦੇ ਪ੍ਰਤਾਪ ਦਾ ਪ੍ਰਭਾਵ ਕਬੂਲ ਰਹੇ ਨੇ। ਜਹਾਂਗੀਰ ਨੂੰ ਇਹ ਪੈ ਖਾਂਦਾ ਹੈ। ਆਹ ਕੀ ਬਣ ਗਿਆ? ਜਿਹੜੀ ਵੱਡੀ ਉਮਤ ਗੁਰੂ ਅਰਜਨ ਸਾਹਿਬ ਨੂੰ ਆ ਕੇ ਸਜਦਾ ਕਰੇਗੀ, ਇਹਦੀ ਵੱਡੀ ਉਮਤ ਗੁਰੂ ਸ਼ਬਦ ਦੇ ਰਾਹ ਤੇ ਤੁਰੇਗੀ, ਅਸੀਂ ਰਾਜ ਕਿੱਥੇ ਕਰਾਂਗੇ? ਇਹ ਉਹਦਾ ਡਰ ਹੈ ਵੱਡਾ। ਤੇ ਇਹ ਤਾਂ ਸਥਾਪਿਤ ਹੋ ਸਕਿਆ ਕਿਉਂਕਿ ਪਬਲਿਸਿਟੀ, ਜਿੰਨੀ ਦੇਰ ਤੱਕ ਤੁਸੀਂ ਪਬਲਿਕ ਵਿੱਚ ਜਾ ਕੇ ਦੱਸੋਗੇ ਨਹੀਂ। ਈਵਨ ਹੁਣ ਤੇ ਦੱਸਿਆ ਜਾਂਦਾ ਆ, ਜੇ ਤੁਸੀਂ ਕੋਈ ਚੰਗੀ ਗੱਲ ਸੁਣੀ ਪੜ੍ਹੀਏ, ਆਪਣੇ ਆਪ ਨੂੰ ਰਿਪੀਟ ਕਰਕੇ ਦੱਸੋ।
then your mind might contain it, might actually have it. Otherwise, there are possibilities. Even though you're listening it, you're actually reading it, but you might forget it. ਸੋ ਇਸ ਕਰਕੇ ਇਹ ਜਿਹੜੀ ਰੈਪੀਟੀਸ਼ਨ ਹੈ, ਇਹ ਜਿਹੜੀਆਂ ਚੀਜ਼ਾਂ ਨੇ ਬੜੀਆਂ ਜ਼ਰੂਰੀ ਨੇ, ਲਾਜ਼ਮੀ ਨੇ ਇਸ ਰੂਪ ਦੇ ਅੰਦਰ। ਤੁਹਾਡੀ ਬੇਨਤੀ ਕਰ ਰਿਹਾ ਸੀਗਾ ਕਿ ਸੱਚ ਦਾ ਪ੍ਰਚਾਰ ਕਰਨਾ, ਸਹੀ ਰੂਪ ਵਿੱਚ ਗੱਲ ਕਰਨੀ, ਇਹ ਬੜਾ ਜ਼ਰੂਰੀ ਹੈ। ਹੁਣ ਗੱਲ ਅੱਜ ਕੱਲ੍ਹ ਆਉਂਦੀ ਯੋਗਾ ਦੀ, ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਕਿ ਯੋਗਾ ਲੋਕੀ ਕਹਿੰਦੇ ਇਸ ਤਰੀਕੇ ਦੇ ਨਾਲ। ਗੁਰੂ ਨਾਨਕ ਸਾਹਿਬ ਨੇ ਬਾਣੀ ਵਿੱਚ, ਗੁਰੂ ਸਾਹਿਬ ਨੇ ਬਾਣੀ ਵਿੱਚ ਬੜੀ ਗੱਲ ਕੀਤੀ ਇਹਦੀ। ਤੇ ਗੁਰੂ ਸਾਹਿਬ ਦੇ ਮਾਰਗ ਨੂੰ ਦੋ ਤਰੀਕੇ ਨਾਲ ਬਿਆਨ ਕੀਤਾ ਜਾਂਦਾ ਹੈ। ਇੱਕ ਤੇ ਇਹ ਹੈ ਰਾਜ ਯੋਗ, ਮਤਲਬ ਪਟਾਂ ਦੇ ਸਵਈਏ ਪੜ੍ਹਦੇ ਹਾਂ ਤੋਂ ਜ਼ਿਕਰ ਕਰਦੇ ਨੇ, ਗਾਵੋਂ ਗੁੜ ਪਰਮ ਗੁਰੂ ਸੁਖ ਸਾਗਰ, ਤੁਰਤ ਨਿਵਾਰਨ ਸ਼ਬਦ ਸਰੇ ਗਾਵੈਂ, ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਤਰੇ ਗਾਵੈਂ, ਇੰਦਰਾਦ ਭਗਤ ਪ੍ਰਹਿਲਾਦਤ, ਆਤਮ ਰਸ ਜਿਨ ਜਾਣਿਓ, ਕਬ ਕਲ ਸੁਜਸ ਗਾਵੋਂ, ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ। ਕਬ ਕਲ, ਕਲ ਨਾਂ ਦੇ ਕਵੀ ਜੀ ਭੱਟ ਸਾਹਿਬਾਨ ਕਹਿੰਦੇ, ਮੈਂ ਗੁਰੂ ਨਾਨਕ ਦੀ ਸਤੁਤੀ ਕਰਦਾ, ਤਾਂ ਕਰਦਾ ਕਿਉਂਕਿ ਗੁਰੂ ਨਾਨਕ ਉਹ ਹਸਤੀ ਹੈ ਰਾਜ ਜੋਗ, ਇੱਕ ਐਸਾ ਜੋਗ ਜਿਹੜਾ ਰਾਜ ਜੋਗ ਆ, ਮਤਲਬ ਨਿਰੰਕਾਰ ਤੇ ਸੰਸਾਰ ਨੂੰ ਇਕੱਠਾ ਕਰ ਦੇਣਾ, ਦੀਨ ਤੇ ਦੁਨੀ ਨੂੰ ਇੱਕ ਜਗ੍ਹਾ ਤੇ ਪਰੋ ਦੇਣਾ, ਲੋਕ ਤੇ ਪਰਲੋਕ ਇੱਕ ਜਗ੍ਹਾ ਤੇ ਲੈ ਆਉਣਾ। ਇੱਥੇ ਜੋਗ ਤੇ ਭੋਗ, ਤੇ ਉਹ ਜਿਹੜਾ ਜੋਗ ਰਾਜ ਜੋਗ ਆ, ਉਹ ਕਿਹੜਾ ਆ? ਉਹ ਸਹਿਜ ਯੋਗ ਆ, ਜਿਹਦੀ ਇਹਦੇ 'ਚ ਵੀ ਗੱਲ ਆ ਰਹੀ ਹੈ। ਹੁਣ ਸਹਿਜ ਯੋਗ ਇਹ ਹੈ ਕਿ ਜਿਵੇਂ ਮੈਂ ਬੇਨਤੀ ਕੀਤੀ ਕਿ ਤੁਸੀਂ ਸਮਾਧੀ ਲਾ ਲਓ ਤੇ ਔਖੇ ਹੋਵੋ, ਭਾਰੇ ਹੋਏ, ਸਰੀਰ ਤੰਗ ਹੋਏ, ਜੋ ਮਰਜੀ, ਬਸ ਬੈਠਾ ਹੱਠ ਯੋਗ, ਹੱਠ ਹੋ ਰਿਹਾ ਹੱਠ, ਇਹਦੇ ਨਾਲ ਕੁਛ ਨਹੀਂ ਬੰਦਾ ਖੱਟ ਸਕਦਾ। ਹਠੀਆ ਬੰਦਾ ਵਕਤੀ ਤੌਰ ਤੇ ਥੋੜ੍ਹੀ ਬਹੁਤੀ ਪ੍ਰੇਜ਼ ਲੈ ਲਏਗਾ, ਆਪਣੇ ਆਪ ਨੂੰ ਥੋੜ੍ਹਾ ਬਹੁਤਾ ਫੀਲ ਕਰਾ ਲਏਗਾ ਕਿ ਮੈਂ ਬੜਾ ਮਤਲਬ ਡਿਟਰਮਿੰਡ ਹੈਗਾ ਕਿਸੇ ਚੀਜ਼ ਵਾਸਤੇ, ਆਈ ਕੈਨ ਡੂ ਇਟ, ਬਟ ਲੌਂਗ ਰਨ ਦੇ ਵਿੱਚ ਇਸ ਦੇ ਨਾਲ ਬੰਦੇ ਨੂੰ ਕੋਈ ਬਹੁਤੇ ਬੈਨੀਫਿਟਸ ਨਹੀਂ ਮਿਲਦੇ। ਹਾਂ, ਮਿਲਦੇ ਨੇ ਜੇ ਤੁਸੀਂ ਉਸ ਨੂੰ ਸਹਿਜ ਚ ਲੈ ਆਓ। ਸਹਿਜ ਦਾ ਮੀਨ ਹੈ ਇੱਕ ਮਦਰ ਨੇਚਰ ਦੇ ਬਣਾਏ ਹੋਏ ਕ੍ਰਾਈਟੀਰੀਆ ਦੇ ਉਸ ਪੇਸ ਨੂੰ ਫੋਲੋ ਕਰੋ। ਇਹ ਜਿਹੜਾ ਪੇਸ ਹੈ, ਇਹਨੂੰ ਅਸੀਂ ਕਹਿੰਦੇ ਆ ਪੰਜਾਬੀ ਜ਼ਬਾਨ ਦੇ ਵਿੱਚ ਇੱਕ ਈਡੀਅਮ ਹੈ, ਸਹਿਜ ਪੱਕੈ ਸੋ ਮੀਠਾ ਹੋਏ। ਅਸੀਂ ਜਦੋਂ ਬੜੇ ਹੈਕਟਿਕ ਡਿਸੀਜ਼ਨ ਬਣਾਉਂਦੇ ਹਾਂ, ਬੜੇ ਅਸੀਂ ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਤੇ ਬੜੇ ਈਗਰ ਹੋ ਜਾਂਦੇ ਹਾਂ, ਬੜੇ ਕਾਲੇ ਪੈ ਜਾਂਦੇ ਹਾਂ, ਬੜੇ ਅਸੀਂ ਜਿਹੜਾ ਹੈਗਾ ਉਸ ਤਰੀਕੇ ਦੇ ਨਾਲ ਬੜੇ ਹਿਸਟਰੀ ਵੇ ਦੇ ਨਾਲ ਜਿਹੜਾ ਉਸ ਸਭ ਚੀਜ਼ਾਂ ਨੂੰ ਜਿਹੜਾ ਅਸੀਂ ਕਰਨਾ ਚਾਹ ਰਹੇ ਹੁੰਦੇ ਹਾਂ। ਸੋ ਉਹ ਜਿਹੜੀਆਂ ਖਾਸ ਕਰਕੇ ਚੀਜ਼ਾਂ ਨੇ, ਉਹ ਸਾਨੂੰ ਕਿਸੇ ਵਧੀਆ ਲੈਵਲ ਤੇ, ਸੁੱਖ ਦੇ ਲੈਵਲ ਤੇ ਨਹੀਂ ਲੈ ਕੇ ਜਾਂਦੀਆਂ। ਸਹਿਜ ਦਾ ਮਤਲਬ ਇਹ ਹੈ ਇੱਕ ਨੈਚੁਰਲ ਫਲੋ ਨੂੰ ਜਨਰੇਟ ਕਰਨਾ ਤੇ ਉਹਨੂੰ ਫੋਲੋ ਕਰਨਾ। ਹੁਣ ਜਿਵੇਂ ਸਾਡੇ ਖਿੱਤੇ ਦੇ ਲੋਕ ਨੇ, ਆਪ ਦੇਖੋਗੇ, ਮੈਂ ਬੱਚਿਆਂ ਨਾਲ ਕਾਫੀ ਸਾਲ ਪਹਿਲਾਂ ਦੀ ਗੱਲ ਹੈ, we were doing some presentations for personality developments, and we were discussing some kind of data, how many IT engineers are working in American companies here in the States, how many actually doctors are working in state hospitals, those kind of things. ਇੱਕ ਬੱਚਾ ਬੜਾ ਪਿਆਰਾ ਤੇ ਬਹੁਤ ਵੱਡੀ ਹਾਈਐਸਟ ਪੋਸਟ ਤੇ ਹੈਗਾ ਅਮਰੀਕਾ ਦੇ ਵਿੱਚ, ਉਹ ਸਾਰੀ ਗੱਲ ਸੁਣ ਕੇ ਮੈਨੂੰ ਕਹਿੰਦਾ, ਵੀਰ ਜੀ, if you don't mind, can I ask you one thing, or even I can add something? ਮੈਂ ਕਿਹਾ please go ahead, that's why we have this conversation. ਕਹਿੰਦਾ ਭਾਈ ਸਾਹਿਬ, ਕਹਿੰਦਾ ਵੀ our people are working in Microsoft, in Google, in Facebook and some other actually big firms. Yes, but who has created that? ਸਾਡੇ ਉਸ ਖਿੱਤੇ ਦੇ ਲੋਕ ਆ ਕੇ ਇੱਥੇ ਨੌਕਰੀ ਤੇ ਕਰਦੇ, IT ਐਕਸਪਰਟ ਹੋ ਕੇ ਇਹਨਾਂ ਦੇ ਥੱਲੇ ਕੰਮ ਕਰਦੇ ਸਭ ਕੁਝ, ਪਰ ਬਣਾਇਆ ਤੇ ਨਹੀਂ, ਬਣਾਇਆ ਤੇ ਇਹਨਾਂ ਲੋਕਾਂ ਨੇ। How are they able to do it and we are not? Can you explain it? ਅਸੀਂ ਬੜੇ ਡੀਪ ਲੈਵਲ ਤੇ ਫਿਰ ਦੁਬਾਰਾ ਬੜੀ ਸਾਰੀ ਇਹਦੇ ਬਾਰੇ ਰਿਸਰਚ ਵੀ ਕੀਤੀ, ਬਹੁਤ ਬਾਰੇ ਚੀਜ਼ਾਂ ਬਾਰੇ ਦੇਖਿਆ, ਕੁਝ ਬੜੇ ਉਮਦਾ ਸਾਈਕੋਲੋਜਿਸਟ ਨਾਲ ਵੀ ਗੱਲ ਹੋਈ ਕਿ ਆਖਰਕਾਰ ਹਿਊਮਨ ਸਾਈਕੀ ਦੇ ਕਿਹੜੇ ਪਾਰਟ ਦੀਆਂ ਗੱਲਾਂ ਹੋ ਰਹੀਆਂ ਨੇ। ਤੋ ਜੇ ਪਤਾ ਲੱਗਾ ਕਿ ਜਿਸ ਖਿੱਤੇ ਦੇ ਵਿੱਚ ਆਪ ਦੇਖੋਗੇ, ਮੈਂ ਖੁਦ ਐਕਸਪੀਰੀਅੰਸ ਕੀਤੀਆਂ ਨੇ ਚੀਜ਼ਾਂ, ਮਤਲਬ
ਬੱਚਾ ਜਿਹੜਾ ਆ ਉਹਨੂੰ ਇੱਕ ਕਮੋਡਿਟੀ ਦੀ ਤਰ੍ਹਾਂ ਡੀਲ ਕੀਤਾ ਜਾਂਦਾ ਹੈ। ਉਹਦੀ ਪੈਦਾਇਸ਼ ਦੇ ਨਾਲ ਹੀ ਉਹਦੇ ਉੱਤੇ ਬਕਾਇਦਾ ਤੌਰ 'ਤੇ ਇੱਕ ਰਿਸਪੌਂਸਿਬਿਲਿਟੀ ਪਾ ਦਿੱਤੀ ਜਾਂਦੀ ਹੈ ਕਿ ਬਸ ਹੁਣ ਤੂੰ ਜਿਹੜਾ ਹੈ ਨਾ, ਬਸ ਤੈਨੂੰ ਡਾਕਟਰ ਬਣਾ ਕੇ ਛੱਡਣਾ। ਉਹ ਸਵੇਰੇ ਉੱਠਦਾ 5 ਵਜੇ ਤੋਂ ਲੈ ਕੇ ਜਿਉਂ ਉਸਨੂੰ ਪਹਿਲਾਂ ਸਕੂਲ ਹੈ, ਫਿਰ ਕੋਈ ਟਿਊਟਰ ਆ ਰਿਹਾ, ਟਿਊਸ਼ਨ ਹੋ ਰਹੀ ਹੈ, ਸਾਰਾ ਇਸ ਤਰੀਕੇ ਨਾਲ ਕਰਦਿਆਂ ਮਤਲਬ ਉਹਨੂੰ ਸਾਹ ਲੈਣ ਦਾ ਵੀ ਵਿੱਚ ਜਿਹੜਾ ਮੌਕਾ ਨਹੀਂ ਦੇਣਾ। ਕਿੱਥੇ ਉਹਦਾ ਪਰਸਨੈਲਿਟੀ ਡਿਵੈਲਪ ਹੋਏਗੀ? ਇਹਦੇ ਮੁਕਾਬਲਤਨ ਜੇ ਉਹਨੂੰ ਖੁਦ ਚੋਣ ਕਰਨ ਦਾ ਰਾਹ ਪ੍ਰੋਵਾਈਡ ਕੀਤਾ ਜਾਏ ਤੇ ਉਹਦੀ ਚੋਣ ਦੇ ਮੁਤਾਬਕ ਉਹਨੂੰ ਸਪੋਰਟ ਕੀਤੀ ਜਾਏ, ਆਪਣੇ ਆਪ ਉਸ ਹਾਇਰ ਲੈਵਲ ਤੇ ਪਹੁੰਚੇਗਾ। ਆਹ ਜਿਹੜੀ ਚੀਜ਼ ਆ ਇਹ ਵੱਡੇ ਲੈਵਲ ਤੇ ਮਿਸਿੰਗ ਆ। ਸਹਿਜ ਇਹ ਹੈ, ਤੁਸੀਂ ਆਪਣੇ ਆਪ ਦੀ ਜਾਣ ਪਹਿਚਾਨ ਪੈਦਾ ਕਰੋ, ਆਪਣੇ ਆਪ ਨੂੰ ਜਾਣੋ, ਆਪਣੇ ਆਪ ਨੂੰ ਸਮਝੋ, ਉਹਦੇ ਮੁਤਾਬਕ ਉਸ ਫਲੋ ਨੂੰ ਜਿਹੜਾ ਹੈਗਾ ਉਹਨੂੰ ਫੋਲੋ ਕਰੋ। ਅਧਿਆਤਮੀ ਤਲ ਤੇ ਵੀ ਹੈ। ਦੇਖੋ ਜਿਹੜਾ ਬਾਣੀ ਦਾ ਕ੍ਰਾਈਟੇਰੀਆ ਹੈਗਾ ਆ, ਬਾਣੀ ਨੇ ਤੁਹਾਡੀ ਅਪਲਿਫਟਿੰਗ ਕਰਨੀ ਹੈ ਤੇ ਉਹ ਅਪਲਿਫਟਿੰਗ ਜਿਹੜੀ ਹੈ ਹੋਰ ਕਿਸੇ ਢੰਗ ਨਾਲ ਨਹੀਂ ਹੋਣੀ, ਤੁਹਾਡੇ ਮਨ ਦੀ ਦੁਨੀਆ ਦੇ ਜ਼ਰੀਏ ਹੋਣੀ ਹੈ, ਕਿਉਂਕਿ ਉਹ ਉਸ ਨੇ ਹੀ ਫੜਨਾ ਆ। ਕਿਉਂਕਿ ਬਾਬਾ ਕਬੀਰ ਜੀ ਕਹਿੰਦੇ ਨੇ ਕਿ ਮਨ ਹੀ ਮਨ ਸਿਉ ਕਹੈ ਕਬੀਰਾ, ਮਨਸਾ ਮਿਲਿਆ ਨਾ ਕੋਏ। ਮਨ ਨੇ ਹੀ ਮਨ ਨੂੰ ਸੁਧਾਰਨਾ ਤੇ ਮਨ ਵਰਗਾ ਕੋਈ ਹੋਰ ਹੈ ਨਹੀਂ, ਉਹੀ ਸਾਡਾ ਸਾਥੀ ਹੈ। ਪਰ ਮੁਸ਼ਕਲ ਇਹ ਹੈ, ਉਹੀ ਦੁਸ਼ਮਣ ਹੈ ਸਾਡਾ, ਉਹੀ ਸਾਨੂੰ ਪੁੱਠੇ ਪਾਸੇ ਲਿਜਾ ਰਿਹਾ ਸਭ ਚੀਜ਼ਾਂ। ਫਿਰ ਕਾਰਨ ਉਹਦੇ ਵਾਸਤੇ ਇਹੀ ਬਣ ਸਕਦਾ ਆ ਕਿ ਆਪਾਂ ਉਹਦੇ ਫਲੋ ਨੂੰ ਦੇਖੀਏ, ਉਸ ਫਲੋ ਦੇ ਨਾਲ। ਜਿਵੇਂ ਸਪੋਜ਼ ਕਰੋ ਜਿਵੇਂ ਆਪ ਇਹਨੂੰ ਦੇਖੋ, ਮਨ ਬੱਚੇ ਦੀ ਤਰ੍ਹਾਂ ਬਾਣੀ ਵੀ ਕਹਿ ਰਹੀ ਹੈ। ਅੱਜ ਮਾਡਰਨ ਜਿਹੜੀ ਇਹ ਐਜੂਕੇਸ਼ਨਲ ਸਾਈਕੋਲੋਜਿਸਟ ਵੀ ਸਾਨੂੰ ਸਮਝਾ ਰਹੇ ਨੇ। ਬੱਚੇ ਨੂੰ ਤੁਸੀਂ ਕਹਿੰਦੇ ਹੋ ਕਿ ਦਿਸ ਇਜ਼ ਦ ਟਾਈਮ ਟੂ ਸਲੀਪ, ਸੋ ਲੈਟਸ ਗੋ ਟੂ ਬੈਡ। ਉਹ ਕਹਿੰਦਾ ਨੋ, ਆਈ ਡੋਂਟ ਵਾਂਟ ਟੂ ਗੋ ਟੂ ਬੈਡ। ਸੋ ਉਹਦੇ 'ਚ ਇੱਕ ਤੇ ਚੀਜ਼ ਹੋ ਸਕਦਾ ਕਿ ਨੋ, ਦੇਰ ਇਜ਼ ਨੋ ਐਨੀ ਅਦਰ ਚੋਇਸ, ਹੈਵ ਟੂ ਗੋ ਟੂ ਬੈਡ। ਹੁਣ ਇਹਦੇ ਨਾਲ ਕੀ ਹੈ? ਇਹਦੇ ਨਾਲ ਕਨਫਰੰਟ੍ਰੇਸ਼ਨ ਪੈਦਾ ਹੋਏਗੀ, ਅਸੀਂ ਇੱਕ ਦੂਜੇ ਨਾਲ ਆਰਗੂਮੈਂਟ ਕਰਾਂਗੇ, ਸਭ ਚੀਜ਼ਾਂ ਹੋਏਗੀਆਂ। ਹੋ ਸਕਦਾ ਬੱਚਾ ਮੰਨ ਜਾਏ, ਗੁੱਸਾ ਕੀਤਿਆਂ ਕੁਛ ਕੀਤਿਆਂ ਇਸ ਤਰੀਕੇ ਨਾਲ। ਪਰ ਇੱਕ ਤਰੀਕਾ ਹੋਰ ਵੀ ਹੈ। ਉਹ ਤਰੀਕਾ ਇਹ ਹੈਗਾ ਕਿ ਓਕੇ, ਸੋ ਵੀ ਡੋਂਟ ਵਾਂਟ ਟੂ ਗੋ ਟੂ ਬੈਡ, ਯੈਸ that's okay, we will not go to bed, but what do we want to do? I want to go for walk, I want to watch TV, I want to play something. ठीक है, we will do that. How many minutes do you want to do it? Let's talk. ਇੱਕ mutual understanding ਚ ਲਿਆਂਦਾ ਜਾਏ। ਉਹਨੂੰ ਕਿਹਾ ਜਾਏ ਓਕੇ ਪਲੇ ਕਰਾਂਗੇ, ਪਰ ਆਪਾਂ how about if we play on bed, not here? Let's go into bedroom and we're gonna play over there. ਤੁਸੀਂ ਕੀ ਹੈ, ਤੁਸੀਂ ਹੌਲੀ ਹੌਲੀ ਕਰਕੇ ਉਸੇ ਚੀਜ਼ ਵਿੱਚ ਉਸ ਫਲੋ ਨੂੰ ਜਨਰੇਟ ਕਰ ਰਹੇ ਹੋ ਜਿਹਦੇ 'ਚ ਤੁਹਾਡਾ ਮੇਨ ਮਕਸਦ ਪਲੇ ਕਰਨਾ ਨਹੀਂਗਾ, ਉਹਨੂੰ ਸਵਾਣਾ ਆ, ਪਰ ਇੱਕ ਪੂਰੇ ਤਰੀਕੇ ਦੇ ਨਾਲ। ਮਨ ਦੀ ਦੁਨੀਆ ਵੀ ਐਸੀ ਹੈ, ਕਾਲੇ ਪਾਓਗੇ। ਮੈਂ ਦੇਖਿਆ ਕਈ ਵਾਰੀ ਬੰਦਾ ਓਵਰਨਾਈਟ ਤਿਬਰ ਬੈਰਾਗ ਆਉਂਦਾ ਹੈ, ਬਸ ਮੈਂ ਨਾ ਹੁਣ ਇਸ ਹਫਤੇ ਦੇ ਵਿੱਚ ਬਸ ਪਾਠ ਕਰ ਦੇਣਾ, 2 ਪਾਠ ਅੱਜ ਕਰਤੇ, 3 ਅਗਲੇ ਦਿਨ ਕਰਤੇ, ਜਾਂ ਸੰਥਿਆ ਲੈ ਲਈ, ਜਾਂ ਅੰਗ ਪੜ੍ਹਨੇ ਸ਼ੁਰੂ ਕੀਤੇ ਗੁਰੂ ਮਹਾਰਾਜ ਜੀ ਦੇ, 5 ਪੜ੍ਹਤੇ, 10 15-20 ਦਿਨਾਂ ਦੇ ਵਿੱਚ ਸਾਰਾ ਉਹ ਲੈ ਗਿਆ। ਇਹਦੇ ਮੁਕਾਬਲਤਨ ਹੌਲੀ ਹੌਲੀ ਮਨ ਦੀ ਦੁਨੀਆ ਨੂੰ ਸਮਝਿਆ ਜਾਏ, ਉਹਦੇ ਨਾਲ ਸਮਝਦਿਆਂ ਹੋਇਆਂ ਥੋੜਾ ਥੋੜਾ ਸਹਿਜ ਪੱਕਾ ਉਸ ਚੀਜ਼ ਨੂੰ ਅੰਦਰ ਲਿਆਂਦਾ ਜਾਏ, ਉਹਦੇ ਨਾਲ ਰਿਲੇਸ਼ਨਸ਼ਿਪ ਬਿਲਡ ਕਰਦੇ ਲੱਗੇ ਜਾਓ। ਤੇ ਫਿਰ ਇਹ ਵੀ ਵਾਰ-ਵਾਰ ਆਪਣੇ ਆਪ ਨੂੰ ਪੁੱਛੋ, ਵਾਈ ਆਮ ਡੂਇੰਗ ਇਟ, ਵਟ ਇਜ਼ ਦ ਪਰਪਸ ਬਿਹਾਈਂਡ ਇਟ। ਜੇ ਪਰਪਸ ਸਿਰਫ ਇੰਨਾ ਹੀ ਹੈ ਵੀ ਬਿਕੋਜ਼ ਆਈ ਐਮ ਡੂਇੰਗ ਅ ਪਾਰਟ ਐਂਡ ਡਿਊ ਟੂ ਦਿਸ ਪਾਰਟ ਆਈ ਐਮ ਗੋਨਾ ਗੈਟ ਅ ਗੁੱਡ ਜੌਬ, ਠੀਕ ਹੈ ਭਾਈ, ਪਰਪਸ ਸਰਵ ਹੋ ਜਾਏ ਸ਼ਾਇਦ ਤੇਰਾ ਇਸ ਤਰੀਕੇ ਨਾਲ। ਪਰ ਗੱਲ ਇਹ ਹੈ, ਇਸ ਤੋਂ ਨੈਕਸਟ ਲੈਵਲ ਤੇ ਵੀ ਆ ਨਾ, ਇਸ ਦੁਨੀਆ ਨੂੰ ਸਵਾਰਨਾ ਹੈ, ਮਨ ਨੂੰ ਸਵਾਰਨਾ ਹੈ, ਜੀਵਨ ਨੂੰ ਸਵਾਰਨਾ ਹੈਗਾ। ਇਸ ਸਾਰੇ ਦੇ ਵਿੱਚ ਇੱਕ ਪ੍ਰੋਪਰ ਕ੍ਰਾਈਟੀਰੀਆ, ਉਹਨੂੰ ਫੋਲੋ ਕਰਨਾ। ਫਿਰ ਕਰਦਿਆਂ ਕਰਦਿਆਂ ਇੱਕ ਲੈਵਲ ਐਸਾ ਆ ਜਾਣਾ ਜਿੱਥੇ ਜਾ ਕੇ ਬੰਦੇ ਨੂੰ ਹੁਣ ਬਾਹਰਲਾ ਗੈਸਚਰ ਬਣਾਉਣ ਦੀ ਵੀ ਲੋੜ ਨਹੀਂ, ਇਹ ਬਣ ਜਾਂਦਾ। ਇਹ ਬਹੁਤ ਜਿਸ ਅਸੀਂ ਤਰੀਕੇ ਨਾਲ ਬੈਠਦੇ ਹਾਂ ਚੌਂਕੜਾ ਮਾਰ ਕੇ, ਇਸ ਤਰੀਕੇ ਨਾਲ
ਜਿਹੜਾ ਲੈਗ ਕ੍ਰੋਸ ਕਰਕੇ ਤੇ ਬਿਲਕੁਲ ਆ ਸਿੱਧੀ ਕਮਰ ਕਰਕੇ। ਦਿਸ ਇਜ਼ ਦ ਬੈਸਟ ਵੇ ਟੂ ਸਿਟ ਫॉर ਮੈਡੀਟੇਸ਼ਨ, ਫॉर ਪਾਠ, ਈਵਨ ਜਸਟ ਇੱਕ ਆਪਣੇ ਆਪ ਦੇ ਵਿੱਚ ਨੈਚੁਰਲ ਤਰੀਕੇ ਦੇ ਨਾਲ ਐਕਸਰਸਾਈਜ਼ ਦੇ ਤੌਰ ਤੇ ਵੀ ਲੈ ਲਓ। ਤੇ ਜਿਵੇਂ ਜਿਵੇਂ ਬੰਦਾ ਇੱਕ ਜੀਵਨ ਯਾਪਨ ਦੇ ਸਰੰਗ 'ਚ ਰੰਗਿਆ ਜਾਂਦਾ, ਉਹਨੂੰ ਇਹ ਬਹਿਣਾ ਵੀ ਆ ਜਾਂਦਾ, ਉਹਨੂੰ ਇਹ ਸਭ ਤਰੀਕੇ ਆ ਜਾਂਦਾ ਆਪਣੇ ਆਪ, ਤੇ ਲਗਾਤਾਰਤਾ ਨਾਲ ਬੰਦਾ ਬੈਠ ਸਕਦਾ, ਐਸੀ ਕੋਈ ਗੱਲ ਨਹੀਂ ਹੈ। ਪਰ ਸੱਚ ਜਿਹੜੀ ਸਮਾਧੀ ਹੈ ਉਹ ਹੈ ਮਨ ਦੀ ਦਸ਼ਾ। ਐਸੀ ਸਮਾਧੀ, ਐਸੀ ਮਨ ਦੀ ਦਸ਼ਾ ਕਿ ਹੁਣ ਭਾਵੇਂ ਆਲੇ ਦੁਆਲੇ ਵਕਾਰਾਂ ਦਾ ਐਕਸਪੋਜ਼ਰ ਹੈ, ਆਲੇ ਦੁਆਲੇ ਬਹੁਤ ਸਾਰਾ ਡਰ, ਫਿਕਰ, ਬਹੁਤ ਸਭ ਚੀਜ਼ਾਂ ਚੱਲ ਰਹੀਆਂ ਨੇ, ਬੰਦਾ ਮਨ ਕਰਕੇ ਸਥਿਰ ਹੈ, ਸਟੇਬਲ ਆ। ਉਹਦੀ ਜਿਹੜੀ ਸਟੇਬਿਲਿਟੀ ਹੈ ਉਹ ਜਾ ਨਹੀਂ ਰਹੀ, ਇਹ ਸਹਿਜ ਸਮਾਧ ਆ। ਗੁਰੂ ਅਮਰਦਾਸ ਸਾਹਿਬ ਨੇ ਦੀ ਬਾਤ ਕੀਤੀ ਇਹਦੇ 'ਚ, ਮਹਾਰਾਜ ਜ਼ਿਕਰ ਕਰਦੇ ਨੇ ਕਿ ਜਿਸ ਸ਼ਖਸ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਬਖਸ਼ਿਸ਼ ਕਰਦਾ ਆ, ਹਉ ਵਾਰੀ ਜਿਉ ਵਾਰੀ ਸੁਖ ਸਹਿਜ ਸਮਾਧ ਲਗਾਵਣੇ ਆ। ਜਿਹੜੇ ਉਹ ਸਮਾਧ ਲਗਾਉਂਦੇ, ਜਿਹੜੀ ਸੁਖ ਸਹਿਜ ਸਮਾਧ ਆ, ਜਿਹੜੀ ਸਮਾਧੀ ਲੱਗਦੀ ਸਹਿਜ 'ਚ, ਤੇ ਉਹ ਸਮਾਧੀ ਫਿਰ ਸੁਖ ਦਿੰਦੀ। ਜਿੱਥੋਂ ਬਾਤ ਸ਼ੁਰੂ ਕੀਤੀ ਸੀ, ਇਹੋ ਜਿਹੇ ਗੈਸਚਰ 'ਚ ਬੈਠਣਾ ਬੰਦੇ ਨੂੰ ਤੰਗ ਹੁੰਦਾ, ਦੁੱਖ ਦਿੰਦਾ ਹੈ। ਜਾਂ ਕਈ ਵਾਰ ਧਾਰਮਿਕ ਤੌਰ 'ਤੇ ਇਹੋ ਜਿਹੇ ਲੋਕ ਮੈਂ ਦੇਖੇ ਸੁਣੇ ਬੜੀ ਵਾਰ, ਖਾਸ ਕਰਕੇ ਕਾਉਂਸਲਿੰਗ ਕਰਦਿਆਂ ਹੋਇਆਂ ਬੜੇ ਲੋਕਾਂ ਨੇ ਗੱਲ ਕੀ, ਭਾਈ ਸਾਹਿਬ ਅਸੀਂ ਤਾਂ ਕਦੀ ਕੋਈ ਨਸ਼ਾ ਵੀ ਨਹੀਂ ਕੀਤਾ, ਅਸੀਂ ਤਾਂ ਕਿਸੇ ਦਾ ਮਾੜਾ ਵੀ ਨਹੀਂ ਕੀਤਾ, ਅਸੀਂ ਤਾਂ ਪਾਠ ਵੀ ਕਰਦੇ ਹਾਂ ਦੋਵੇਂ ਟਾਈਮ, ਫਿਰ ਵੀ ਮਨ ਭਟਕੀ ਜਾਂਦਾ ਹੈ। ਭਾਈ ਸਾਹਿਬ ਕੀ ਦੱਸੀਏ, ਦੱਸੋ ਇਹਦੇ ਬਾਰੇ। ਇਹੋ ਜਿਹੀਆਂ ਚੀਜ਼ਾਂ ਵੀ ਕਹਿਣਗੇ ਲੋਕ। ਇੱਥੇ ਪਤਾ ਲੱਗਦਾ ਹੈ ਕਿ ਜੋ ਕੁਝ ਕੀਤਾ, ਫੋਲੋ ਕੀਤਾ, ਉਸ ਸਾਰੇ ਨੇ ਸੁੱਖ ਨਹੀਂ ਦਿੱਤਾ, ਬਲਕਿ ਹਾਲਤ ਇਹ ਹੈ ਬੰਦਾ ਅੰਦਰੋਂ ਤੰਗ ਹੈ। ਸੁਖ ਸਹਿਜ ਸਮਾਧ ਲਗਾਵਣੇ ਆ, ਸੁਖ ਸਹਿਜ ਸਮਾਧ। ਇਹ ਮਨ ਦੀ ਦੁਨੀਆ ਨੂੰ ਜਦੋਂ ਸਮਝ ਕੇ ਬੰਦਾ ਉਸ ਸਹਿਜ, ਉਸ ਫਲੋ ਨੂੰ ਫੋਲੋ ਕਰ ਰਿਹਾ ਹੈਗਾ, ਉਹਦੇ ਵਿੱਚੋਂ ਇਹ ਚੀਜ਼ ਜਿਹੜੀ ਹੈ ਜਨਰੇਟ ਹੁੰਦੀ ਹੈ। ਤੇ ਗੁਰੂ ਅਮਰਦਾਸ ਸਾਹਿਬ ਨੇ ਕਿਹਾ, ਜਿਹੜੇ ਇਸ ਚੀਜ਼ ਦੇ ਧਾਰਨੀ ਹੋ ਗਏ, ਮੈਂ ਉਹਨਾਂ ਤੋਂ ਕੁਰਬਾਨ ਜਾਨਾ, ਮੈਂ ਵਾਰਨੇ ਜਾਨਾ ਵਾਂ। ਨਾਲ ਹੀ ਦੂਸਰੀ ਲਾਈਨ ਰਹਾਓ ਦੇ ਬੰਦ ਦੀ, ਜੋ ਹਰ ਸੇਵ ਹੈ ਸੇ ਸਦਾ ਸੋ ਹੈ, ਸੋਭਾ ਸੁਰਤ ਸੁਹਾਵਣਿਆ। ਜੋ ਹਰ ਸੇਵ ਹੈ ਸੇ ਸਦਾ ਸੋ ਹੈ। ਜਿਹਨੂੰ ਅਸੀਂ ਇਨਫੀਰੀਟੀ ਕੰਪਲੈਕਸ ਕਹਿੰਦੇ ਆ, ਇਨਫੀਰੀਅਰ ਫੀਲਿੰਗ ਜਿਹੜੀ ਹੈ, ਇਹ ਸਾਡੀ ਹਿਊਮਨ ਪਾਪੂਲੇਸ਼ਨ ਦੇ ਵਿੱਚ ਅਰਾਊਂਡ ਮੰਨਿਆ ਜਾਂਦਾ ਕਿ ਹਾਈਐਸਟ ਨੰਬਰ ਆ ਲੋਕੀ ਅੰਦਰੋਂ ਇਨਫੀਰੀਅਰ ਫੀਲ ਕਰਦੇ ਨੇ, ਹੀਣ ਭਾਵਨਾ, ਹੀਣ ਫੀਲ ਕਰਦੇ ਨੇ। ਉਹ ਕਿਸੇ ਲੈਵਲ ਤੇ ਵੀ ਹੋ ਸਕਦਾ ਹੈ, ਉਹ ਬੰਦੇ ਦੀ ਫਿਜ਼ੀਕਲ ਦਿੱਖ ਕਰਕੇ ਹੋ ਸਕਦਾ ਹੈ, ਬੰਦੇ ਦੇ ਪਰਿਵਾਰ ਦੇ ਵਿੱਚ ਪੈਦਾਇਸ਼, ਕਿਹੋ ਜਿਹੇ ਪਰਿਵਾਰ ਦਾ ਹਿੱਸਾ ਮੈਂ, ਉਹਦੇ ਕਰਕੇ ਹੋ ਸਕਦਾ ਹੈ, ਬੰਦੇ ਦੇ ਵਿੱਚ ਆਪਣੀਆਂ ਕੰਮਕਾਰ, ਪੜ੍ਹਾਈ, ਇਸ ਚੀਜ਼ ਕਰਕੇ ਹੋ ਸਕਦਾ ਹੈ। ਇਸ ਕਲਚਰ ਦੇ ਜਿੱਥੇ ਅਸੀਂ ਬੈਠੇ ਹਾਂ, ਇੱਥੇ ਤੇ ਲੋਕਾਂ ਨੂੰ ਕਲਰ ਦੀ ਜਿਹੜੀ ਇਨਫੀਰੀਟੀ ਹੈਗੀ ਹੈ, ਇਹੀ ਬੜੀ ਤੰਗ ਕਰਦੀ। ਬੜੇ ਲੋਕ ਐਸੇ ਨੇ ਜਿਹੜੇ ਹੀ ਕਹੀ ਜਾਂਦੇ, ਨਹੀਂ ਨਹੀਂ ਮੇਰਾ ਨਾਂ, no I am brown, I am black, so I will not be actually able to fit in mainstream, ਮੈਂ ਜੌਬ ਹੀ ਨਹੀਂ ਅਪਲਾਈ ਕਰਨੀ। ਇਨਫੀਰੀਅਰ ਫੀਲਿੰਗ ਕਿਵੇਂ ਕੱਢੋਗੇ ਉਹਨੂੰ? ਹਾਲਾਂਕਿ ਜੇ ਬੰਦਾ ਬਾਹਰ ਆ ਜਾਏ, ਸਾਡੇ ਕੋਲ ਤੇ ਐਗਜ਼ਾਮਪਲਸ ਨੇ ਇਸ ਮੁਲਕ ਦੇ ਵਿੱਚ। ਮੈਂ ਤੇ ਐਗਜ਼ਾਮਪਲ ਕਰਦਾ ਸਾਡੇ ਵੀਰ ਜਗਮੀਤ ਸਿੰਘ ਦੀ। ਤੁਸੀਂ ਦੇਖੋ, ਬੰਦਾ ਟੌਪ ਤੇ ਲਾ ਸਕੂਲ 'ਚ ਪੜ੍ਹਦਾ ਹੈ, ਵਧੀਆ ਲਾਇਰ ਬਣਦਾ ਆ, ਉਹਦੇ ਕੋਲ ਐਬਿਲਿਟੀ ਹੈ ਲੀਡ ਕਰਨ ਦੀ, ਉਹਦੇ ਕੋਲ ਐਬਿਲਿਟੀ ਹੈ ਪਬਲਿਕ ਨੂੰ ਕਨਵਿੰਸ ਕਰਨ ਦੀ, ਸਭ ਚੀਜ਼ਾਂ। ਤੇ ਜੇ ਬੰਦੇ ਨੇ ਸੋਚਿਆ ਵੀ ਜੇ ਆਪਾਂ ਪੋਲੀਟੀਕਲ ਜੌਬ ਵਾਸਤੇ ਹੀ ਜੇ ਕਿਤੇ ਆਪਾਂ ਨੇ ਰਨ ਕਰਨਾ ਆ, ਫਿਰ ਛੋਟਾ ਹੀ ਕਿਉਂ ਸੋਚਿਆ ਜਾਏ, ਵੱਡਾ ਸੋਚੋ। ਜੇ ਕਿਹਾ ਜਾਂਦਾ ਹੈ ਕਿ these countries are democratic countries and everyone is equal at every level, so let's avail it। ਆਹ ਜਿਹੜੀ ਚੀਜ਼ ਆ, ਇਹ ਬੰਦੇ ਦੇ ਵਿੱਚ ਹਰ ਲੈਵਲ ਤੇ ਹਰ ਬੰਦੇ 'ਚ ਹੋਣੀ ਚਾਹੀਦੀ ਹੈ। ਤੇ ਗੁਰੂ ਸਾਹਿਬ ਨੇ ਸਿੱਖ ਨੂੰ ਜਾਂ ਮਨੁੱਖ ਨੂੰ ਦੱਸਿਆ ਹੀ ਇਹ ਸੀਗਾ ਵੀ ਮਨੁੱਖ ਜੀ, ਮਨੁੱਖ ਮਾਤਰ, ਤੈਨੂੰ ਘਬਰਾਉਣ ਦੀ ਲੋੜ ਨਹੀਂ ਹੈ। ਕੁਦਰਤ ਹਰ ਜ਼ਰਰੇ, ਹਰ ਮਨੁੱਖ, ਹਰ ਬਸ਼ਰ 'ਚ ਕੁਝ ਨਹੀਂ ਵਸ ਰਹੀ ਹੈ। ਉਸ ਹੁਕਮ ਨੂੰ ਫੋਲੋ ਕਰ ਤੇ ਚੜ੍ਹ ਜਾ ਉਸ ਰੂਪ ਦੇ ਅੰਦਰ। ਪਰ ਜਿਹੜੀ ਇਹ ਇਨਫੀਰੀਅਰ ਫੀਲਿੰਗ ਆ, ਜਿਹੜੀ ਇਨਫੀਰੀਟੀ ਕੰਪਲੈਕਸ ਆ, ਇਹਦੇ 'ਚੋਂ ਕਿਵੇਂ ਨਿਕਲਿਆ ਜਾਏ?
ਇਹਦੇ 'ਚ ਇਹ ਹੈ, ਲੋਕ ਤੇ ਨੀਵਾਂ ਵਿਖਾਉਣਗੇ ਆਲਾ ਦੁਆਲਾ, ਕਿਉਂਕਿ ਕੰਪੀਟੀਸ਼ਨ ਹੈ ਇਸ ਕੰਪੈਟੀਟਿਵ ਵਰਲਡ ਦੇ ਵਿੱਚ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਕਟਿੰਗ ਥਰੋਟ ਜਿਹੜਾ ਜਾਂ ਕਟਿੰਗ ਨੈਕ ਕੰਪੀਟੀਸ਼ਨ ਜਿਹੜਾ ਹੋ ਰਿਹਾ ਹੈ, ਜਿਹਨੂੰ ਅੱਜ ਦੀ ਮਾਡਰਨ ਸਾਇੰਸ ਵਿੱਚ ਵੀ ਪੜ੍ਹਾਇਆ ਗਿਆ ਕਿ ਫਿਟ ਇਨ ਸਰਵਾਈਵ ਦੀ ਗੱਲ ਆ। ਜੰਗ ਚੱਲ ਰਹੀ ਹੈ, ਸੰਘਰਸ਼ ਹੋ ਰਿਹਾ, ਸੰਘਰਸ਼ ਦੇ ਵਿੱਚ ਜਿਹੜਾ ਅੱਗੇ ਲੰਘ ਗਿਆ ਉਹੀ ਅਸਲ ਵਿੱਚ ਬਾਦਸ਼ਾਹ ਆ, ਉਹੀ ਸਿਕੰਦਰ ਹੈ। ਜਿਹੜਾ ਪਿੱਛੇ ਰਹਿ ਗਿਆ ਛੁੱਟ ਜਾਏਗਾ। ਇਹ ਸਭ ਚੀਜ਼ਾਂ ਇਸ ਲੈਵਲ ਤੇ ਚੱਲ ਰਹੀਆਂ। ਉਸ ਸਾਰੇ ਦੇ ਵਿੱਚ ਉਸ ਸਭ ਦੇ ਅੰਦਰ ਬੰਦਾ ਇਹ ਸੋਚ ਰਿਹਾ ਕਿ ਓਕੇ ਜੀ, ਮੈਂ ਤੇ ਪਹਿਲਾਂ ਹੀ ਮੈਂ ਤੇ ਹਾਰਿਆ ਪਿਆ, ਕਿਉਂਕਿ ਦੂਜਿਆਂ ਕੋਲ ਤੇ ਮੇਰੇ ਤੋਂ ਜ਼ਿਆਦਾ ਤਾਕਤ ਹੈ, ਫਲਾਣੇ ਕੋਲ ਤੇ ਆਹ ਚੀਜ਼ ਹੈ, ਫਲਾਣੇ ਕੋਲ ਆਹ ਐਡਵਾਂਟੇਜ ਹੈਗੀ ਸਭ ਚੀਜ਼ਾਂ ਦੀ। ਇਹ ਸਭ ਚੀਜ਼ਾਂ ਨੂੰ ਕਰਦਿਆਂ ਹੋਇਆ ਤੇ ਫਿਰ ਦੂਜਿਆਂ ਨੇ ਤੇ ਉਹਨੂੰ ਕੀ ਸਰਾਹੁਣਾ, ਕੀ ਉਹਨੂੰ ਵਡਿਆਉਣਾ, ਬੰਦਾ ਆਪ ਹੀ ਆਪਣੇ ਆਪ ਨੂੰ ਕਹਿਣ ਲੱਗ ਜਾਏ ਵੀ ਮੈਂ ਛੋਟਾ ਆ, ਮੈਂ ਅਦਨਾ ਆ, ਮੇਰੇ ਤੋਂ ਨਹੀਂ ਹੋ ਸਕਣਾ। ਉਹ ਆਪਣੇ ਆਪ ਨੂੰ ਆਪ ਹੀ ਨਹੀਂ ਵਡਿਆ ਪਾ ਰਿਹਾ, ਆਪਣੀ ਸੋਭਾ ਆਪ ਹੀ ਨਹੀਂ ਦੇਖ ਪਾ ਰਿਹਾ। ਬਾਹਰਲੇ ਲੋਕ ਕਿਵੇਂ ਦੇਖਣਗੇ ਉਹਨੂੰ? ਗੁਰੂ ਸਾਹਿਬ ਨੇ ਕਿਹਾ ਜਦੋਂ ਸਹਿਜ ਸਮਾਧ ਲੱਗ ਗਈ ਨਾ, ਜਦੋਂ ਮਨ ਇੱਕ ਉਸ ਸਕੂਲ ਆਫ ਥਾਟ 'ਚ ਇਕਾਗਰ ਹੋ ਗਿਆ, ਸਟੇਬਿਲਿਟੀ ਜਿਹੜੀ ਹੈ ਮਨ ਦੀ ਉਸ ਲੈਵਲ ਦੀ ਪ੍ਰਾਪਤ ਕੀਤੀ, ਫਿਰ ਇਹ ਨਹੀਂ ਕਿ ਸੁਰਤ ਦੀ ਸੋਭਾ ਤੁਸੀਂ ਮਾਣ ਨਹੀਂ ਸਕੋਗੇ। ਬੰਦੇ ਨੂੰ ਇਹ ਅਹਿਸਾਸ ਹੋ ਜਾਏਗਾ ਕਿ ਕੁਦਰਤ ਨੇ ਸਾਨੂੰ ਬਣਾਇਆ ਇੱਕੋ ਜਿਹਾ, ਗੁਣਾਂ ਦੀ ਕਦਰ ਹੈ ਧਰਤੀ ਤੇ, ਗੁਣ ਗ੍ਰਹਿਣ ਕਰੋ, ਗੁਣਾਂ ਦੇ ਗਾਹਕ ਬਣੋ, ਗੁਣਾਂ ਦੇ ਮਗਰ ਤੁਰੋ, ਬਾਕੀ ਸਭ ਕੁਝ ਗੁਣਾਂ ਦੀ ਆਭਾ ਬਣ ਕੇ ਮਗਰ ਚੱਲਦਾ ਆ। ਤੇ ਸਿੱਖਾਂ ਦਾ ਅਸੀਂ ਇਤਿਹਾਸ ਵੀ ਪੜ੍ਹੀਏ ਜੇ ਆਪਣੇ ਬਜ਼ੁਰਗਾਂ ਦਾ, ਉਹ ਵੀ ਦੌਰ ਰਿਹਾ ਜਦੋਂ ਹੁਕਮਰਾਨ ਮੁਗਲ ਆ, ਪਰ ਹੁਕਮਰਾਨ ਮੁਗਲ ਹੋਣ ਦੇ ਬਾਵਜੂਦ ਵੀ ਲਾਹੌਰ ਵਰਗਾ ਸ਼ਹਿਰ, ਇੰਜ ਕਹਿ ਲਓ ਵੀ ਸ਼ਹਿਰ ਦੇ ਵਿੱਚ ਗਵਰਨਰ ਜਿਹੜਾ ਆ ਉਹ ਤੇ ਬੈਠਾ ਆ ਅਫਗਾਨਾਂ ਦਾ ਬਿਠਾਇਆ ਹੋਇਆ, ਪਰ ਸ਼ਹਿਰ ਦਾ ਸਾਰਾ ਐਡਮਿਨਿਸਟ੍ਰੇਸ਼ਨ ਉਹਨੂੰ ਨਹੀਂ ਚਲਾਉਣਾ ਆਉਂਦਾ। ਉਹਦੇ ਵਾਸਤੇ ਉਹਨੇ ਜਿਹੜਾ ਮੇਅਰ, ਜਿਹੜਾ ਸ਼ਹਿਰ ਦਾ ਐਕਚੁਅਲ ਲੈਵਲ ਤੇ ਜਿਹਨੂੰ ਕਿਹਾ ਜਾਏ ਕਿ ਗਵਰਨਿੰਗ ਹੈਂਡ ਆ, ਉਹ ਇੱਕ ਸਿੱਖ ਹਾਇਰ ਕੀਤਾ ਆ, ਜਿਹੜਾ ਸ਼ਹਿਰ ਦਾ ਅਸਲ ਵਿੱਚ ਉਸ ਵਕਤ ਕਹਿੰਦੇ ਨੇ ਕੋਤਵਾਲ ਆ। ਉਹ ਸਾਡੇ ਬਜ਼ੁਰਗ, ਸਾਡੇ ਪੁਰਖਿਆਂ ਦੇ ਵਿੱਚੋਂ ਉਹਨੂੰ ਲਿਆਂਦਾ ਗਿਆ, ਭਾਈ ਸ਼ਾਹਬਾਗ ਸਿੰਘ ਉਹਨਾਂ ਨੂੰ। ਸੋ ਜਾ ਕੇ ਪਤਾ ਲੱਗਾ ਕਿ ਜੇ ਤੁਹਾਡੇ 'ਚ ਐਬਿਲਿਟੀ ਹੈ, ਗੁਣ ਹੈ, ਤੁਸੀਂ ਜਿਸ ਮਰਜ਼ੀ ਲੈਵਲ ਤੇ ਹੋਵੋ, ਤੁਹਾਨੂੰ ਉਹ ਆਭਾ ਮੰਡਤ ਹੋਏਗੀ। ਗੁਰੂ ਬਾਬਾ ਜੀ ਨੇ ਇੱਥੇ ਬਿਆਨ ਕੀਤਾ ਆ, ਜੇ ਤੁਸੀਂ ਉਸ ਸਹਿਜ ਸਮਾਧ ਨੂੰ ਲਵਾਉਣ ਵਾਸਤੇ ਆਪਣੇ ਅੰਦਰ ਆਪਣੇ ਮਨ ਦੀ ਉਸ ਅਵਸਥਾ ਨੂੰ ਧਾਰਨ ਕਰ ਲਵੋ, ਜੋ ਹਰ ਸੇਵ ਹੈ ਸੋ ਸਦਾ ਸੋ ਹੈ, ਉਹਨਾਂ ਦੀ ਸੋਭਾ ਆ। ਤੇ ਉਹ ਸੋਭਾ ਆਪਣੇ ਆਪ ਤੋਂ ਪੈਦਾ ਹੁੰਦੀ ਹੈ ਤੇ ਫਿਰ ਆਲੇ ਦੁਆਲੇ ਮੰਡਤ ਹੁੰਦੀ ਹੈ। ਆਪ ਦੇਖੋ ਜਿਹੜੀ ਬਨਸਪਤੀ, ਵੈਸੇ ਤੇ ਬਨਸਪਤੀ ਦਾ ਜਰਰਾ ਜਿਹੜਾ ਆ ਉਹ ਸਾਨੂੰ ਬਹੁਤ ਕੁਝ ਸਿਖਾ ਰਿਹਾ ਆ। ਜਿਵੇਂ ਤੁਸੀਂ ਦੇਖੋਗੇ ਕਿ ਫੁੱਲ, ਬੂਟੇ, ਦਰਖਤ, ਜੇ ਉਹਨਾਂ ਨੂੰ ਕੋਈ ਪ੍ਰੋਬਲਮ ਆ ਜਾਏ ਤੇ ਉਹ ਬਿਮਾਰੀ ਕਰਕੇ ਖਰਾਬ ਹੋ ਜਾਂਦੇ ਨੇ। ਪਰ ਜਿਹੜੇ ਫੁੱਲਾਂ ਦੀ ਦੁਨੀਆ 'ਚ ਤੁਸੀਂ ਦੇਖੋਗੇ ਕਿ ਫੁੱਲ ਨੂੰ ਪਾਣੀ ਥੋੜ੍ਹਾ ਘੱਟ ਮਿਲ ਜੇ, ਮਿੱਟੀ ਉਹਨੂੰ ਉਨੀ ਫਰਟਾਈਲ ਨਾ ਮਿਲੇ, ਕੁਛ ਵੀ ਉਸ ਲੈਵਲ 'ਤੇ ਨਹੀਂ, ਪਰ ਜਿੰਨਾ ਕੁ ਵੀ ਮਿਲਿਆ ਆ, ਜਦੋਂ ਉਹ ਰੁੱਤ ਆਉਣੀ, ਜਦੋਂ ਉਹ ਸਮਾਂ ਆਉਣਾ ਹੈ, ਉਸੇ ਲੈਵਲ 'ਤੇ ਹੀ ਉਸ ਫੁੱਲ ਨੇ ਆਪਣੀ ਜੋਬਨ ਦੀ ਰੁੱਤ ਓਡਾ ਫੁੱਲ ਖਿੜ ਕੇ ਬਣ ਜਾਣਾ ਹੈ। ਉਹਨੇ ਬਿਲਕੁਲ ਉਸੇ ਖੇੜੇ 'ਚ ਆਉਣਾ, ਖੁਸ਼ਬੂ ਉਹਨੇ ਵੰਡ ਦੇਣੀ ਹੈ, ਉਹਨੇ ਉਸ ਲੈਵਲ 'ਤੇ ਆਪਣੇ ਆਪ ਨੂੰ ਜਿਹੜਾ ਫਲਰਿਸ਼ ਕਰਕੇ ਵਿਖਾ ਦੇਣਾ ਆ। ਮਨੁੱਖਾਂ ਦੀ ਦੁਨੀਆ ਆ, ਅਸੀਂ ਮੋਸਟਲੀ ਕੰਪਲੇਨ ਹੀ ਕਰੀ ਜਾਂਦੇ ਹਾਂ, ਅਸੀਂ ਮੋਸਟਲੀ ਅਫਸੋਸ ਝੋਰੇ ਕਰੀ ਜਾਂਦੇ ਹਾਂ, ਤੇ ਜੋ ਕੁਝ ਸਾਨੂੰ ਅਵੇਲੇਬਲ ਹੁੰਦਾ ਉਹ ਸਾਰਿਆਂ ਨੂੰ ਅਵੇਲ ਕਰਕੇ ਉਹਨੂੰ ਫਲਰਿਸ਼ ਕਰਨ ਵਾਸਤੇ ਭੁੱਲ ਹੀ ਜਾਂਦੇ ਹਾਂ। ਇਸ ਲਈ ਬੰਦੇ ਦੂਜਿਆਂ ਨੂੰ ਕਾਪੀ ਕਰਨ ਵਾਸਤੇ ਭੱਜ ਰਹੇ ਨੇ। ਅੱਜ ਅਸੀਂ ਅਮਰੀਕਨਾਈਜ਼ਡ ਕਲਚਰ 'ਚ ਰਹਿ ਰਹੇ ਹਾਂ, ਤੇ ਅਮਰੀਕਨਾਈਜ਼ਡ ਕਲਚਰ ਦੇ ਵਿੱਚ ਜਿਹੜੇ ਲੋਕ ਇੱਥੇ ਬਹੁਤ ਹਾਈਲੀ ਐਜੂਕੇਟਡ ਹੋ ਗਏ, ਸਮਝ ਗਏ ਸਿਸਟਮ ਨੂੰ, ਸਾਰੀਆਂ ਚੀਜ਼ਾਂ ਨੂੰ, ਉਹ ਮੈਡੀਟੇਸ਼ਨ ਵਾਲੇ ਪਾਸੇ ਮੁੜ ਰਹੇ ਨੇ, ਉਹ ਮੁੜ ਰਹੇ ਨੇ ਸਪਿਰਿਚੁਅਲਿਟੀ ਵਾਲੇ ਪਾਸੇ, ਦੂਜੀਆਂ ਚੀਜ਼ਾਂ ਵਾਲੇ ਪਾਸੇ। ਤੇ ਜਿਹੜਾ ਉਹ ਤਬਕਾ ਜਿਹਦੇ ਵਿਰਸੇ 'ਚ ਸਭ ਚੀਜ਼ਾਂ ਰਹੀਆਂ, ਜੇ ਉਹ ਇੱਧਰ ਨੂੰ ਆ ਰਿਹਾ ਹੈ ਤੇ ਉਹਨੂੰ ਇੱਛਾ ਇਹ ਹੈ ਕਿ ਵੱਧ ਤੋਂ ਵੱਧ ਅਮਰੀਕਨਾਈਜ਼ ਕਿਵੇਂ ਹੋ ਜਾਈਏ, ਇਹਨੂੰ ਕਿਵੇਂ ਅਪਣਾ ਲਈਏ, ਇਹਨੂੰ ਕਿਵੇਂ ਅਡਾਪਟ ਕਰ ਲਈਏ।
ਹਾਲਾਂਕਿ ਇਹ ਨਹੀਂ ਪਤਾ ਜੋ ਸਾਡੇ ਕੋਲ ਆ ਉਹਦੀ ਸੋਭਾ ਕੋਈ ਘੱਟ ਥੋੜਾ ਆ, ਉਹਦਾ ਕੋਈ ਉਸ ਤਰੀਕੇ ਨਾਲ ਕਮੀ ਥੋੜਾ ਆ। ਹਾਂ, ਇਹ ਰੁਜ਼ਗਾਰ ਬਾਜ਼ਾਰ ਇੱਥੇ ਆ, ਰੁਜ਼ਗਾਰ ਇੱਥੇ ਹੈ, ਸੋ ਇਸ ਕਰਕੇ ਰੁਜ਼ਗਾਰ ਕਮਾਉਣ ਵਾਸਤੇ ਸਭ ਚੀਜ਼ਾਂ ਠੀਕ ਹੈ, ਪਰ ਜ਼ਰੂਰੀ ਤੇ ਨਹੀਂ ਬੰਦੇ ਨੇ ਇਹਨੂੰ ਹੀ ਕਾਪੀ ਕਰਨਾ, ਇਹਦੇ ਮਗਰ ਹੀ ਰਹਿਣਾ। ਸੋਭਾ ਤੇ ਤੁਹਾਡੇ ਆਪਣੇ ਰੂਟਸ, ਤੁਹਾਡੇ ਆਪਣੇ ਵਿਰਸੇ, ਵਿਰਾਸਤ ਉਹਦੇ ਵਿੱਚ ਪਈ ਹੈ, ਤੇ ਇਹ ਤਾਂ ਪਈ ਹੈ ਜੇ ਤੁਸੀਂ ਆਪਣੀ ਪਰਸਨੈਲਿਟੀ ਨੂੰ ਉਸ ਲੈਵਲ ਤੇ ਅਹਿਸਾਸ ਕਰੋਗੇ। ਗੁਰੂ ਅਮਰਦਾਸ ਮਹਾਰਾਜ ਨੇ ਬਿਆਨ ਕੀਤਾ, ਜੋ ਹਰ ਸੇਵ ਹੈ ਸੇ ਸਦਾ ਸੋ ਹੈ। ਉਹ ਸੋਭਦੇ ਨੇ, ਸੋਭਾ ਸੁਰਤ ਸੁਹਾਵਣਿਆ, ਉਹਨਾਂ ਦੇ ਚੋਂ ਸੋਭਾ ਸੁਰਤ ਸੁਹਾਵਣੀ ਹੁੰਦੀ ਹੈ, ਉਹਨਾਂ ਦੇ ਅੰਦਰ ਦੀ ਦੁਨੀਆ ਭਰ ਜਾਂਦੀ ਹੈ, ਜਿਹਨੂੰ ਅਸੀਂ ਕੰਟੈਂਟਮੈਂਟ ਕਹਿੰਦੇ ਆ। ਇਹ ਵੀ ਹੋ ਸਕਦਾ ਆ ਕਿ ਇੱਕ ਬੰਦਾ that person is sitting on actually golden throne and still totally full with inferiority, ਅੰਦਰ inferior ਹੈ। ਇੱਕ ਬੰਦਾ ਉਹ ਵੀ ਹੈ ਜਿਹਦੇ ਕੋਲ, ਜਿਹਨੂੰ ਅਸੀਂ ਬਚਨ ਪੜ੍ਹਦੇ ਹਾਂ, ਬਸਤਾ ਟੂਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਾਤਰਾ ਆਦਰੋ ਉਦਿਆਨ ਪਰਮੀਨਾ। ਪਰ ਮਹਾਰਾਜ ਨੇ ਕਿਹਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ, ਕਿਉਂਕਿ ਉਹ ਉਸ ਚੀਜ਼ ਨਾਲ ਭਰ ਗਿਆ, ਅਮੰਡਤ ਹੋ ਗਿਆ ਅੰਦਰ ਉਸ ਰੂਪ ਦੇ ਵਿੱਚ। ਅਸੀਂ ਭਗਤਾਂ ਦਾ ਜੀਵਨ ਪੜ੍ਹਦੇ ਹਾਂ, ਭਗਤ ਰਵਿਦਾਸ ਜੀ, ਭਗਤ ਕਬੀਰ ਜੀ, ਭਗਤ ਸਦਨਾ ਜੀ, ਤੁਸੀਂ ਦੇਖੋ ਭਗਤ ਸੈਨ ਜੀ, ਭਗਤ ਨਾਮਦੇਵ ਜੀ, ਮਤਲਬ ਉਹ ਸਾਰੇ ਲੈਵਲ ਤੇ ਕਿਆ ਉਹਨਾਂ ਦੇ ਸਾਹਮਣੇ ਰਾਜੇ ਮਹਾਰਾਜੇ, ਉਹਨਾਂ ਦੀ ਸੋਭਾ ਕੀ ਹੈ, ਜੈਸੀ ਸੋਭਾ ਉਹ ਆਪਣੀ ਸੋਭਾ ਆਪਣੇ ਅੰਦਰ ਤੋਂ ਮਾਣਦੇ ਉਸ ਰੂਪ ਦੇ ਵਿੱਚ। ਗੁਰੂ ਅਮਰਦਾਸ ਸਾਹਿਬ ਰਹਾਓ ਦੇ ਬੰਦ 'ਚ ਇਹ ਬਾਤ ਕਰਦੇ। ਬਾਕੀ ਜਿਹੜੀ ਇਹ ਸਾਰੇ ਸ਼ਬਦ ਦੇ ਵਿੱਚ ਉਸ ਸੱਚ ਦੀ, ਉਸ ਅਕਾਲ ਪੁਰਖ ਵਾਹਿਗੁਰੂ ਦੀ ਸਤੁਤੀ ਦੀ, ਉਹਦੀ ਬਾਤ ਆ, ਜਿਹਦੀ ਵਿਵੇਚਨਾ ਆਉਂਦੇ ਸਮੇਂ ਵਾਸਤੇ ਉਦੋਂ ਕਰਾਂਗੇ ਅਸੀਂ। ਅੱਜ ਵਾਸਤੇ ਸਮਾਂ ਸਮਾਪਤ ਹੈ। ਭੁੱਲਾਂ ਗਲਤੀਆਂ ਨਾ ਚਤਾਰਨੀਆਂ, ਸਭ ਪ੍ਰੇਮ ਆਵਾਜ਼ ਦੇ ਕੇ ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।